ਹੈਲੋ ਸਟੂਡੈਂਟਸ, ਦਿਸ ਇਜ਼ ਰਾਜਵੀਰ। ਵੈਲਕਮ ਬੈਕ ਟੂ ਆਰ ਚੈਨਲ। ਅੱਜ ਆਪਾਂ ਗੱਲ ਕਰਾਂਗੇ ਪੀਟੀ ਰੀਡਿੰਗ ਫਿਲਪਸ ਦੀ ਟਿਪਸ ਐਂਡ ਟ੍ਰਿਕਸ ਦੀ। ਜਿਵੇਂ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਰੀਡਿੰਗ ਵਿੱਚ ਆਪਣੇ ਸਕੋਰ ਨੂੰ ਇੰਪਰੂਵ ਕਰਨ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕੁਝ ਸਟ੍ਰੈਟਜੀਜ਼ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਅੱਜ ਆਪਾਂ ਗੱਲ ਕਰਾਂਗੇ 4 ਸਟ੍ਰੈਟਜੀਜ਼ ਦੀ ਜੋ ਕਿ ਤੁਹਾਨੂੰ ਰੀਡਿੰਗ ਇੰਪਰੂਵ ਕਰਨ ਵਿੱਚ ਹੈਲਪ ਕਰਨਗੀਆਂ। ਸਭ ਤੋਂ ਪਹਿਲੀ ਹੈ ਜੀ, ਅੰਡਰਸਟੈਂਡ ਦਾ ਕੰਟੈਕਸਟ। ਜਿਵੇਂ ਕਿ ਸੈਂਟੈਂਸ ਦੇ ਟੋਨ ਨੂੰ ਸਮਝਣਾ ਕਿ ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਜੇਕਰ ਆਪਣਾ ਸੈਂਟੈਂਸ ਪੋਜ਼ਿਟਿਵ ਮੀਨਿੰਗ ਦੇ ਰਿਹਾ ਹੈ ਤਾਂ ਆਪਾਂ ਪੋਜ਼ਿਟਿਵ ਸੈਂਸ ਵਾਲਾ ਵਰਡ ਹੀ ਪਿਕ ਕਰਾਂਗੇ। ਅਗਰ ਨੈਗੇਟਿਵ ਸੈਂਸ ਦੇ ਰਿਹਾ ਹੈ ਤਾਂ ਨੈਗੇਟਿਵ ਸੈਂਸ ਵਾਲਾ ਜੋ ਵਰਡ ਹੈ ਉਹ ਆਪਾਂ ਪਿਕ ਕਰਾਂਗੇ। ਜਿਵੇਂ ਕਿ ਆਪਾਂ ਫੋਰ ਐਗਜ਼ਾਮਪਲ ਕਹਿ ਸਕਦੇ ਹਾਂ, ਇਨਵਾਇਰਮੈਂਟ ਇਜ਼ ਗੈਟਿੰਗ ਡਿਪਲੀਟਡ ਬਿਕਾਜ਼ ਪੀਪਲ ਆਰ ਨਾਟ ਟੇਕਿੰਗ ਕੇਅਰ ਆਫ ਇਟ। ਪੀਪਲ ਆਰ ਨਾਟ ਟੇਕਿੰਗ ਕੇਅਰ ਆਫ ਇਟ ਮੀਨਸ ਨੈਗੇਟਿਵ ਸੈਂਸ ਹੈ ਕਿ ਪੀਪਲ ਇਹਦੇ ਵੱਲ ਧਿਆਨ ਨਹੀਂ ਦੇ ਰਹੇ। ਤਾਂ ਇਨਵਾਇਰਮੈਂਟ ਕੀ ਹੈ, ਕੁਛ ਨਾ ਕੁਛ ਖਰਾਬ ਹੋਏਗਾ ਕਿਉਂਕਿ ਲੋਕ ਉਹਦੇ ਵੱਲ ਧਿਆਨ ਨਹੀਂ ਦੇ ਰਹੇ। ਤਾਂ ਇਸ ਲਈ ਆਪਾਂ ਕੀ ਲਿਖਾਂਗੇ, ਡਿਪਲੀਟਡ ਵਰਡ। ਅਗਰ ਇੱਥੇ ਕੀ ਆਏਗਾ, ਡਿਪਲੀਟਡ ਨੈਗੇਟਿਵ ਸੈਂਸ ਵਾਲਾ ਵਰਡ ਹੈ, ਬਟ ਜੇ ਇਸ ਦੀ ਜਗ੍ਹਾ ਤੇ ਆਪਾਂ ਕੋਈ ਪੋਜ਼ਿਟਿਵ ਸੈਂਸ ਵਾਲਾ ਵਰਡ ਲਿਖ ਦਿੰਦੇ ਆ ਤਾਂ ਇਹਦੀ ਜੋ ਸੈਂਸ ਹੈ ਉਹ ਕੰਪਲੀਟਲੀ ਰੋਂਗ ਹੋ ਜਾਵੇਗੀ। ਸੈਕਿੰਡ ਸਟ੍ਰੈਟਜੀ ਹੈ ਵਰਕ ਔਨ ਵੋਕੈਬਲਰੀ। ਜ਼ਿਆਦਾਤਰ ਬੱਚੇ ਵੋਕੈਬਲਰੀ ਦੇ ਵਰਡਸ ਦਾ ਅਨੁਮਾਨ ਹੀ ਲਗਾਉਂਦੇ ਹਨ, ਉਹ ਐਗਜ਼ੈਕਟ ਮੀਨਿੰਗ ਫਾਈਂਡ ਨਹੀਂ ਕਰਦੇ। ਇਸ ਕਰਕੇ ਉਹ ਕੀ ਹੁੰਦਾ ਹੈ ਕਿ ਜਦੋਂ ਪਹਿਲਾ ਪੈਸੇਜ ਕਰਦੇ ਹਨ ਉਸ ਵਿੱਚ ਵੀ ਉਹੀ ਵੋਕੈਬਲਰੀ ਵਰਡਸ ਉਹਨਾਂ ਨੂੰ ਟਰਬਲ ਕ੍ਰੀਏਟ ਕਰ ਰਹੇ ਹੁੰਦੇ ਹਨ, ਅਤੇ ਸੈਕਿੰਡ ਪੈਸੇਜ ਕਰਦੇ ਹਨ ਉਸ ਵਿੱਚ ਵੀ ਸੇਮ ਹੀ ਵਰਡ ਆ ਕੇ ਅਗੈਨ ਉਹਨਾਂ ਦੇ ਜੋ ਆਨਸਰਸ ਨੇ ਉਹ ਰੋਂਗ ਕਰਵਾ ਦਿੰਦੇ ਹਨ। ਤਾਂ ਇਸ ਦਾ ਸਭ ਤੋਂ ਅੱਛਾ ਅਤੇ ਵਧੀਆ ਇਹੀ ਤਰੀਕਾ ਹੈ ਬੱਚੇ ਕਿ ਜਦੋਂ ਤੁਸੀਂ ਰੀਡਿੰਗ ਦਾ ਕੋਈ ਵੀ ਪੈਸੇਜ ਕਰਨ ਲੱਗਣਾ ਹੈ ਉਹਦੇ ਵਿੱਚ ਅਗਰ ਕੋਈ ਇਹੋ ਜਿਹਾ ਵੋਕੈਬਲਰੀ ਵਰਡ ਆਉਂਦਾ ਹੈ ਜਿਸ ਦਾ ਮੀਨਿੰਗ ਤੁਹਾਨੂੰ ਨਹੀਂ ਪਤਾ, ਉਸ ਨੂੰ ਤੁਸੀਂ ਨੋਟ ਡਾਊਨ ਕਰਨਾ ਹੈ ਅਤੇ ਉਸ ਦਾ ਐਗਜ਼ੈਕਟ ਮੀਨਿੰਗ ਫਾਈਂਡ ਕਰਨਾ ਹੈ। ਅਤੇ ਆਪਣੀ ਇੱਕ ਵਰਡ ਬੈਂਕ ਬਣਾਉਣੀ ਹੈ ਜਿਸ ਵਿੱਚ ਹਰ ਰੋਜ਼ ਤੁਸੀਂ ਵੋਕੈਬਲਰੀ ਵਰਡਸ ਹੀ ਲਿਖੋਗੇ। ਉਹਨਾਂ ਨੂੰ ਤੁਸੀਂ ਯਾਦ ਨਹੀਂ ਕਰਨਾ ਹੈ, ਸਿਰਫ 1 ਟਾਈਮ ਮਾਰਨਿੰਗ ਐਂਡ 1 ਟਾਈਮ ਈਵਨਿੰਗ ਤੁਸੀਂ ਉਹਨੂੰ ਸਿਰਫ ਰੀਡਿੰਗ ਦਿਓਗੇ। ਕਿਉਂਕਿ ਅਗਰ ਤੁਸੀਂ ਵੋਕੈਬਲਰੀ ਦੇ ਵਰਡ ਯਾਦ ਕਰਨ ਲੱਗੋਗੇ ਤਾਂ ਤੁਸੀਂ ਸਿਰਫ ਕੁਛ ਕੁ ਵਰਡ ਹੀ ਯਾਦ ਕਰ ਸਕਦੇ ਹੋ, ਬਟ ਅਗਰ ਤੁਸੀਂ ਵੋਕੈਬਲਰੀ ਵਰਡਸ ਦੀ ਡੇਲੀ ਰੀਡਿੰਗ ਲੈਂਦੇ ਹੋ ਤਾਂ ਹੌਲੀ ਹੌਲੀ ਉਹ ਸਾਰੇ ਜੋ ਵੋਕੈਬਲਰੀ ਵਰਡਸ ਨੇ ਤੁਹਾਡੇ ਯਾਦ ਹੋਣੇ ਸ਼ੁਰੂ ਹੋ ਜਾਂਦੇ ਹਨ। ਥਰਡ ਸਟ੍ਰੈਟਜੀ ਹੈ ਰੀਡ ਕੋਲੋਕੇਸ਼ਨਸ। ਕੋਲੋਕੇਸ਼ਨਸ ਮੀਨਸ ਪੇਅਰਸ ਆਫ ਵਰਡਸ। ਇਹੋ ਜਿਹੇ ਵਰਡਸ ਹੁੰਦੇ ਨੇ ਜੋ 2 ਵਰਡਸ ਹਮੇਸ਼ਾ ਇਕੱਠੇ ਹੀ ਆਉਂਦੇ ਹਨ। ਅਗਰ ਆਪਾਂ ਨੂੰ ਕੋਲੋਕੇਸ਼ਨਸ ਯਾਦ ਹੋਣ ਤਾਂ ਬਹੁਤ ਵਾਰ ਆਪਣੀ ਰੀਡਿੰਗ ਵਿੱਚ ਆਪਾਂ ਨੂੰ ਇਹ ਟਾਈਮ ਸੇਵਿੰਗ ਵੀ ਬਣ ਜਾਂਦੇ ਹਨ ਅਤੇ ਆਪਣੇ ਜੋ ਆਨਸਰਸ ਨੇ ਮੋਸਟ ਆਫ ਦਾ ਟਾਈਮ ਸਹੀ ਵੀ ਹੋ ਜਾਂਦੇ ਹਨ। ਫੋਰ ਐਗਜ਼ਾਮਪਲ, ਗੈਟ ਮੈਰਿਡ, ਪੇ ਅਟੈਂਸ਼ਨ, ਮੇਕ ਮਿਸਟੇਕਸ, ਸੇਵ ਐਨਰਜੀ ਐਂਡ ਸੋ ਔਨ। ਹੁਣ ਤੁਸੀਂ ਵੀਡੀਓ ਦੀ ਸਕਰੀਨ ਉੱਤੇ ਕੁਝ ਕੋਲੋਕੇਸ਼ਨ ਦੇਖੋਗੇ ਜਿਨ੍ਹਾਂ ਦਾ ਤੁਸੀਂ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਹੋ। ਫੋਰਥ ਸਟ੍ਰੈਟਜੀ ਹੈ ਫੋਲੋ ਗ੍ਰਾਮੈਟੀਕਲ ਰੂਲਸ। ਜੇਕਰ ਤੁਸੀਂ ਕੁਝ ਗ੍ਰਾਮੈਟੀਕਲ ਰੂਲਸ ਨੂੰ ਫੋਲੋ ਕਰਦੇ ਹੋ ਤਾਂ ਜੋ ਆਪਣੀ ਰੀਡਿੰਗ ਹੈ ਉਸ ਨੂੰ ਹੋਰ ਵੀ ਈਜ਼ੀ ਬਣਾ ਸਕਦੇ ਹੋ। ਰੀਡਿੰਗ ਵਿੱਚ ਹਾਰਡ ਵਰਕ ਦੇ ਨਾਲੋਂ ਜੇ ਤੁਸੀਂ ਸਮਾਰਟਲੀ ਵਰਕ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਸਕੋਰ ਕਰ ਸਕਦੇ ਹੋ। ਇਹਦੇ ਵਿੱਚ ਇਸ ਵੀਡੀਓ ਵਿੱਚ ਅਸੀਂ ਕੁਝ ਤੁਹਾਨੂੰ ਗ੍ਰਾਮੈਟੀਕਲ ਰੂਲਸ ਦੱਸਾਂਗੇ ਜੋ ਤੁਸੀਂ ਇੰਪਲੀਮੈਂਟ ਕਰਕੇ ਆਪਣੇ ਰੀਡਿੰਗ ਦੇ ਸਕੋਰਸ ਨੂੰ ਇੰਪਰੂਵ ਕਰ ਸਕਦੇ ਹੋ। ਰੂਲ ਨੰਬਰ 1 ਹੈ ਜੀ, is, am, are, was, were, will be। ਜਦੋਂ ਇਹ ਹੈਲਪਿੰਗ ਵਰਬ ਦਿੱਤੇ ਹੋਏ ਹੋਣ ਤਾਂ ਉਹਦੇ ਨਾਲ ਜਿਹੜਾ ਵਰਬ ਹੈ ਉਹਦੇ ਨਾਲ ਫਸਟ ਫਾਰਮ ਦੇ ਨਾਲ ing ਲੱਗੇਗਾ। ਅਗਰ ਉਹ ਐਕਟਿਵ ਸੈਂਟੈਂਸ ਹੈ ਜਿਵੇਂ ਕਿ ਗਵਰਨਮੈਂਟ ਇਜ਼ ਡੈਸ਼ ਜੌਬ ਓਪਰਚੁਨਿਟੀਜ਼, ਤਾਂ ਜੋ ਇੱਥੇ ਵਰਡ ਹੈ ਅਗਰ ਤੁਹਾਨੂੰ ਉਹਨਾਂ ਨੇ ਪ੍ਰੋਵਾਈਡਡ, ਪ੍ਰੋਵਾਈਡਸ ਜਾਂ ਪ੍ਰੋਵਾਈਡਿੰਗ ਦਿੱਤਾ ਹੋਇਆ ਹੋਵੇ ਤਾਂ ਉਹਦੇ ਵਿੱਚੋਂ ਤੁਸੀਂ ਇਜ਼ ਐਮ ਆਰ ਦੇ ਨਾਲ, ਅਗਰ ਤੁਹਾਡਾ ਅੱਗੇ ਸਬਜੈਕਟ ਦਿੱਤਾ ਹੋਇਆ ਹੈ ਤਾਂ ਇਸ ਦੇ ਨਾਲ ਹਮੇਸ਼ਾ ਵਰਬ ਦੀ ਫਸਟ ਫਾਰਮ ਦੇ ਨਾਲ ing ਵਾਲਾ ਵਰਡ ਹੀ ਤੁਸੀਂ ਪਿਕ ਕਰੋਗੇ, ਨਾ ਕਿ ਇੱਥੇ ਪ੍ਰੋਵਾਈਡਡ, ਪ੍ਰੋਵਾਈਡਸ ਐਡ ਕਰੋਗੇ। ਔਨ ਦਾ ਆਪੋਜ਼ਿਟ ਸਾਈਡ, ਅਗਰ ਤੁਹਾਨੂੰ ਸੈਂਟੈਂਸ ਪੈਸਿਵ ਫਾਰਮ 'ਚ ਦਿੱਤਾ ਹੋਇਆ ਹੋਵੇ ਤਾਂ ਇਜ਼, ਐਮ, ਆਰ, ਵਾਜ਼, ਵਰ, ਵਿਲ ਬੀ ਇਹਨਾਂ ਸਾਰੇ ਹੈਲਪਿੰਗ ਵਰਬਸ ਦੇ ਨਾਲ ਵਰਬ ਦੀ ਥਰਡ ਫਾਰਮ ਲੱਗਦੀ ਹੈ। ਜਿਵੇਂ ਕਿ ਜੌਬ ਓਪਰਚੁਨਿਟੀਜ਼ ਆਰ ਪ੍ਰੋਵਾਈਡਡ ਬਾਏ ਗਵਰਨਮੈਂਟ ਮੀਨਸ ਜੋ ਜੌਬ ਓਪਰਚੁਨਿਟੀਜ਼ ਨੇ ਗਵਰਨਮੈਂਟ ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤਾਂ ਇਹਦੇ ਵਿੱਚ ਕੀ ਹੋਏਗਾ, ਆਪਣਾ
प्रोवाइडिंग आर प्रोवाइडिंग लिखोगे तो यह ग्रामेटिकली रोंग हो जाएगा। पैसिव सेंटेंस दे विच इज एम आर वॉज वर विल बी इन्हां दे नाल वर्ब दी थर्ड फॉर्म लगेगी एंड एक्टिव सेंटेंस दे विच इज एम आर वॉज वर विल बी दे नाल वर्ब दी फर्स्ट फॉर्म नाल आई एन जी लगेगी। रूल नंबर सेकंड, ਜਦੋਂ ਵੀ ਆਪਾਂ ਨੂੰ टू सेंटेंस ਦੇ ਵਿੱਚ ਦਿੱਤਾ ਹੋਇਆ ਹੋਵੇ ਤਾਂ टू ਤੋਂ ਬਾਅਦ ਹਮੇਸ਼ਾ वर्ब ਦੀ फर्स्ट फॉर्म लिखते हाँ। फॉर एग्जाम्पल रिकमेंडेड एनर्जी इनटेक्स आर डिफिकल्ट टू कैलकुलेट, अगर इस दी जगह ते कैलकुलेट की जगह ते आप कैलकुलेटेड, कैलकुलेट्स, कैलकुलेटिंग इन्हां चों कोई भी वर्ड लिखते हैं तो वह ग्रामेटिकली रोंग हो जाएगा। टू तो बाद हमेशा वर्ब की फर्स्ट फॉर्म ही आप लिखांगे। रूल नंबर 3, हैज़, हैव, हैड इन्हां नाल हमेशा ही वर्ब की थर्ड फॉर्म लगती है हैज़, हैव, हैड नाल। फॉर एग्जाम्पल स्टूडेंट्स हैव इंप्रूवड देयर रीडिंग स्किल्स, हैव दे नाल इंप्रूवड, नॉट इंप्रूविंग, इंप्रूव्स, इंप्रूव। रूल नंबर 4, ਜਦੋਂ ਆਪਾਂ ਨੂੰ ਅ ਐਨ ਜਾਂ ਦ ਕੋਈ ਵੀ ਆਰਟੀਕਲ ਦਿੱਤਾ ਹੋਇਆ ਹੋਵੇ ਉਹਦੇ ਨਾਲ ਹਮੇਸ਼ਾ ਨੈਕਸਟ ਵਰਡ ਜੋ ਅਗਰ ਤੁਹਾਡੀ ਬਲੈਂਕ ਹੈ ਤਾਂ ਉਹ ਹਮੇਸ਼ਾ ਨਾਊਨ ਆਵੇਗਾ। ਅ ਐਂਡ ਦ ਹਮੇਸ਼ਾ ਨਾਊਨ ਦੇ ਅੱਗੇ ਹੀ ਲੱਗਦੇ ਹਨ। ਇਹਦੀ ਐਕਸਟੈਂਡਡ ਫਾਰਮ ਹੈ ਕਿ ਅਗਰ ਏ ਐਂਡ ਦ ਵਿੱਚ ਲਿਖ ਕੇ ਵਿੱਚ ਬਲੈਂਕ ਛੱਡ ਕੇ ਫਿਰ ਤੁਹਾਨੂੰ ਨਾਊਨ ਗਿਵਨ ਹੋਵੇ ਤਾਂ ए एंड द एंड नाउन के विचकार जो वर्ड मिसिंग है वो हमेशा एडजैक्टिव हुंदा है। तो तुसी जो इहदा ग्रामेटिकल रूल है आर्टिकल प्लस एडजैक्टिव प्लस नाउन इसनूं फॉलो करोगे। इसदी एक होर जो ध्यान विच रखन वाली गल है वो है अ हमेशा सिंगुलर वर्ड विच स्टार्ट्स विद कॉन्सोनेंट साउंड, जो ओ सिंगुलर वर्ड नाल यूज़ करते हाँ जो कॉन्सोनेंट साउंड दिंदा है। एन हमेशा सिंगुलर वर्ड नाल लगता है उस नाल जिसका वॉवल साउंड हुंदा है। जो वॉवल साउंड दे रहा है वर्ड उसके अगे एन होवेगा, मीनस एन दे नाल हमेशा वॉवल साउंड वाला वर्ड लगेगा। अ तो बाद हमेशा कॉन्सोनेंट साउंड वाला वर्ड लिखा जाएगा। रूल नंबर 5, फॉर और वाइल अगर तुहाडे सेंटेंस विच दिता होया है उस तो बाद तुहानू ब्लैंक दिती हुई होवे उस फॉर और वाइल तो बाद तुहानू वर्ब दी फर्स्ट फॉर्म नाल ING वाला वर्ड पिक करना होएगा। इस नाल तुसी ग्रामेटिकली इसनू सही लिख सकते हो। फॉर एग्जाम्पल पीपल आर सर्चिंग फॉर गेटिंग इन्फॉर्मेशन रिलेटेड टू हेल्थ, ਇੱਥੇ फॉर तो बाद गैट ਦੇ ਨਾਲ अगर आप फॉर गैटड लिख देंगे ਜਾਂ गैट लिखते वो ग्रामेटिकली रोंग ਹੁੰਦਾ। ਆਪਾਂ फॉर तो बाद अगर वर्ब आती है तो ਉਹਦੇ ਨਾਲ ING फॉर्म आप ऐड करांगे। इस तरह ही जिवें आप लिख सकते हैं वाइल डूइंग दिस, वाइल तो बाद भी जो अपना डू है ਉਹਦੇ ਨਾਲ ING फॉर्म लगेगी। रूल नंबर 6, अगर तुहाडे रीडिंग दे विच एंड दिता होया है, एंड तो पहला वर्ड है या एंड तो बाद वाला वर्ड मिसिंग है, एंड तो पहला वाला वर्ड मिसिंग है अगर एंड के बाद सिंगुलर वर्ड दिता होया है तो एंड तो पहला भी सिंगुलर ही लगेगा। सिमिलरली प्लूरल है अगर एंड दे पहला प्लूरल है तो बाद विच भी प्लूरल वर्ड नू ही पिक करके उसनू फिल करना है। मीनस एंड दे दोनों साइड सिंगुलर ही होवेगा या फिर प्लूरल ही होवेगा। फॉर एग्जाम्पल कार एंड बाइक, सिंगुलर एंड सिंगुलर, कार्स एंड बाइक्स, प्लूरल एंड प्लूरल। रूल नंबर 7, जदों आपां नूं अपनी रीडिंग दे सेंटेंस विच मॉडेल प्लस मॉडेल दिता होया होवे, मॉडेल मीनस कैन, कुड, मे, माइट, शुड, वुड, विल, ये वाले सारे अपने कोल मॉडेल होन वो तो बाद अगर तुहाडे कोल ब्लैंक है तो उत्थे हमेशा वर्ब दी फर्स्ट फॉर्म आएगी। जिमें द स्टूडेंट्स कैन तो बाद वर्ब दी फर्स्ट फॉर्म दैन इनिशिएटिव्स, द स्टूडेंट्स कैन टेक इनिशिएटिव्स। अगर ये सेंटेंस है जो ये एक्टिव सेंटेंस का स्ट्रक्चर है, बट अगर तुहानू मॉडेल पैसिव सेंटेंस विच दिता होया है तो मॉडेल दे नाल मॉडेल प्लस
बी प्लस वर्ब की थर्ड फॉर्म आएगी। जिमें इनिशिएटिव्स कैन बी, अगर तुहानू ऑलरेडी सेंटेंस विच कैन बी दिता है तो उस तो बाद जो वर्ब की फॉर्म है वो थर्ड होवेगी, ना कि फर्स्ट। तो जिमें लिखांगे इनिशिएटिव्स कैन बी टेकन बाय द स्टूडेंट्स। रूल नंबर 8, बाय तो पहला जेकर ब्लैंक है अते ब्लैंक विच वर्ब मिसिंग है तो उत्थे वर्ब की थर्ड फॉर्म लिखनी है। फॉर एग्जाम्पल दिस हैज़ बीन डन बाय मी, मीनस बाय तो पहला अगर इत्थे ब्लैंक है तो उसकी डिमांड वर्ब है तो इत्थे तुसी वर्ब की थर्ड फॉर्म लिखोगे। परंतु बाय तो बाद जेकर ब्लैंक है उस विच वर्ब मिसिंग है तो वर्ब की फर्स्ट फॉर्म के नाल ING लिखना है। फॉर एग्जाम्पल स्टूडेंट्स आर बीइंग इनफॉर्म्ड बाय सेंडिंग मैसेजेस, बाय सेंड मैसेजेस नहीं आऊगा, बाय सेंडिंग मैसेजेस आऊगा। वैसे भी ग्रामर का यह रूल है, प्रेपोजिशन तो बाद अगर तुहाडी वर्ब आती है तो उहदे नाल वर्ब दे फर्स्ट फॉर्म के नाल ING वर्ड ही पिक करना है। रूल नंबर 9, अगर तुहाडे रीडिंग पैसेज विच गेट गॉट गॉटन तो वर्ड तुहानू ब्लैंक गिवन है तो उत्थे हमेशा वर्ब की थर्ड फॉर्म आएगी। फॉर एग्जाम्पल राम गॉट मैरिड लास्ट ईयर, गॉट तो बाद मैरी की थर्ड फॉर्म। अगर तुसी राम गॉट मैरी लास्ट ईयर लिखते हो तो वह ग्रामेटिकली रॉन्ग होवेगा, तो तुसी गॉट तो बाद हमेशा वर्ब की थर्ड फॉर्म ही लिखनी है। रूल नंबर 10, जो सेंटेंस विच अगर जो गिवन स्पेस है उस विच तुसी इहो जिहा वर्ड लिखना है जो कि वर्ब नू डिफाइन कर रहा होवे तो हमेशा वो एडवर्ब हुंदी है, क्योंकि वर्ब की विशेषता जो दसदा है उसनू एडवर्ब कहते हैं। तो जो एडवर्ब वर्ड की पहचान LY वर्ड तो हो जाती है। जिस सेंटेंस के एंड विच LY वर्ड है वह एडवर्ब है। जिमें कि इस सेंटेंस विच ही डैश टुक अ डिसीजन, ਇਹਦੇ ਵਿੱਚ जो वर्ड मिसिंग है वो टुक नू डिफाइन करने वाला वर्ड मिसिंग है। टुक वर्ब है तो वर्ब नू डिफाइन करने वाला वर्ड एडवर्ब, एडवर्ब वर्ड LY वाला वर्ड होवेगा। तो जो आपां नू गिवन जो गिवन ऑप्शनस हैं उन्हां विच जो LY वाला वर्ड है वो आपां इस ब्लैंक विच फिट करांगे। अगर आप हरी या हरीड वर्ड लिखते हाँ वो ग्रामेटिकली रॉन्ग हो जाएगा। तो इत्थे की लिखांगे आप ही हरीडली टुक अ डिसीजन। आई होप तुहानू ये वीडियो पसंद आई होएगी और तुसी यही रूल्स अपनी रीडिंग विच इंप्लीमेंट करके अपनी रीडिंग नू इंप्रूव कर सकते हो ताकि तुसी भी जो अपने मिनीमम बैंड स्कोर है उसनू सिक्योर कर सको। प्लीज़ डू लाइक शेयर एंड सब्सक्राइब द चैनल फॉर more videos. Thank you. Bye bye.